ਹੈਲੋ ਸਟੂਡੈਂਟਸ, ਗੁੱਡ ਮॉर्निंग। ਕਿਵੇਂ ਹੋ? ਅੱਜ ਆਪਾਂ ਨੈਕਸਟ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ ਲੈਵਲ 1 ਦਾ, ਦੈਟ ਇਜ਼ ਇੰਟਰਨੈਟ। ਤਾਂ ਇੰਟਰਨੈਟ ਦੀ ਇਸ ਦੇ ਵਿੱਚ ਥੋੜ੍ਹੀ ਜਿਹੀ ਤੁਹਾਨੂੰ ਇੰਟਰੋਡਕਸ਼ਨ ਹੋਵੇਗੀ ਐਂਡ ਇੰਟਰਨੈਟ ਕਨੈਕਸ਼ਨ ਕਿਵੇਂ ਇਸਟੈਬਲਿਸ਼ ਹੁੰਦਾ ਹੈ ਅਤੇ ਸਾਨੂੰ ਕਿਸ ਤਰ੍ਹਾਂ ਦੇ ਵੈਬ ਬਰਾਊਜ਼ਰ ਯੂਜ਼ ਕਰਨੇ ਚਾਹੀਦੇ ਡਿਊਰਿੰਗ ਇੰਟਰਨੈਟ ਕਨੈਕਸ਼ਨ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਇਸ ਸੈਸ਼ਨ ਦੇ ਵਿੱਚ ਪੜ੍ਹਾਂਗੇ। ਹੁਣ ਮੈਂ ਉਹਦੀ ਥੋੜ੍ਹੀ ਜਿਹੀ ਤੁਹਾਨੂੰ ਆਪਦੇ ਵੱਲੋਂ ਇੰਟਰੋਡਕਸ਼ਨ ਦੇਵਾਂਗੀ ਕਿ ਇੰਟਰਨੈਟ ਹੁੰਦਾ ਕੀ ਹੈ। ਇਹ ਇੱਕ ਵੱਡਾ ਨੈਟਵਰਕ ਹੁੰਦਾ ਹੈ, ਜਿਵੇਂ ਅਸੀਂ ਨੈਟਵਰਕਿੰਗ ਪੜ੍ਹੀ ਸੀ ਪਹਿਲਾਂ, ਉਸ ਤਰ੍ਹਾਂ ਹੀ ਇੰਟਰਨੈਟ ਕੀ ਹੈ, ਇੱਕ ਵਾਈਡ ਏਰੀਆ ਨੈਟਵਰਕ ਹੈ ਜਿਹੜਾ ਕਿ ਸੰਸਾਰ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਲੋੜ ਸਾਨੂੰ ਕਿਉਂ ਪਈ? ਕਿਉਂਕਿ ਇਹ ਬਹੁਤ ਹੀ ਫਾਸਟ ਨੈਟਵਰਕ ਹੈ। ਠੀਕ ਹੈ, ਅਸੀਂ ਜਿਹੜੇ ਲੋਕ ਸਾਡੇ ਤੋਂ ਬਹੁਤ ਦੂਰ ਨੇ ਜਾਂ ਕੋਈ ਕਿਸੇ ਹੋਰ ਦੇਸ਼ 'ਚ ਬੈਠਿਆ ਹੈ ਤਾਂ ਅਸੀਂ ਉਸ ਦੇ ਨਾਲ ਕਨੈਕਟ ਹੋ ਸਕਦੇ ਹਾਂ। ਤਾਂ ਕਨੈਕਟ ਜਦੋਂ ਅਸੀਂ ਹੋਵਾਂਗੇ ਉਹ ਅਸੀਂ ਇੰਟਰਨੈਟ ਨਾਲ ਹੀ ਹੋਵਾਂਗੇ। ਜਦੋਂ ਸਾਡੇ ਕੋਲ ਇੰਟਰਨੈਟ ਨਹੀਂ ਹੁੰਦਾ ਸੀ ਉਦੋਂ ਅਸੀਂ ਜੋ ਕਮਿਊਨੀਕੇਸ਼ਨ ਕਰਦੇ ਸੀ ਉਹ ਲੈਟਰਸ ਦੇ ਨਾਲ ਜਾਂ ਟੈਲੀਫੋਨ ਦੇ ਨਾਲ ਕਰਦੇ ਸੀ। ਬਟ ਇੰਟਰਨੈਟ ਨਾਲ ਸਾਨੂੰ ਇਹ ਚੀਜ਼ਾਂ ਦਾ ਤਾਂ ਫਾਇਦਾ ਹੋਇਆ ਹੀ ਹੋਇਆ ਹੈ, ਬਟ ਹੋਰ ਵੀ ਬਹੁਤ ਸਾਰੀ ਚੀਜ਼ਾਂ ਦਾ ਫਾਇਦਾ ਹੋਇਆ ਹੈ, ਜਿਸ ਦੇ ਵਿੱਚ ਪਹਿਲਾਂ ਆ ਜਾਂਦਾ ਹੈ ਸੂਚਨਾ ਦਾ ਆਦਾਨ ਪ੍ਰਦਾਨ। ਠੀਕ ਹੈ, ਅਸੀਂ ਸੂਚਨਾ ਨੂੰ ਕਿਵੇਂ ਇੱਕ ਐਕਸਚੇਂਜ ਕਰਦੇ ਹਾਂ ਬਾਹਰ ਬੈਠੇ ਲੋਕਾਂ ਦੇ ਨਾਲ। ਹੋਰ ਅਸੀਂ ਕੀ ਕਰ ਸਕਦੇ ਹਾਂ? ਅਸੀਂ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਆਪਣੇ ਰੋਜ਼ਾਨਾ ਦੇ ਟਾਸਕ ਕਰ ਸਕਦੇ ਹਾਂ। ਰੋਜ਼ਾਨਾ ਦੇ ਟਾਸਕ ਕਿਵੇਂ? ਅਗਰ ਕੋਈ ਪਰਸਨ ਨੌਕਰੀ ਲੱਭਣਾ ਚਾਹੁੰਦਾ ਹੈ ਤਾਂ ਉਹ ਨੌਕਰੀ ਲੱਭ ਸਕਦਾ ਹੈ ਇੰਟਰਨੈਟ ਦੇ ਉੱਤੇ ਸਰਚ ਕਰਕੇ। ਠੀਕ ਹੈ, ਹੋਰ ਕੀ ਕਰ ਸਕਦਾ ਹੈ? ਕਿਸੇ ਨੇ ਕੋਈ ਔਨਲਾਈਨ ਸਟੱਡੀ ਕਰਨੀ ਆ ਤਾਂ ਉਹ ਵੀ ਅਸੀਂ ਇੰਟਰਨੈਟ 'ਤੇ ਕਰ ਸਕਦੇ ਹਾਂ। ਜਿਵੇਂ ਹੁਣ ਲੋਕਡਾਊਨ ਚੱਲ ਰਿਹਾ ਤਾਂ ਮੈਂ ਵੀ ਤੁਹਾਨੂੰ ਇੰਟਰਨੈਟ ਦੀ ਹੈਲਪ 'ਤੇ ਹੀ ਤੁਹਾਨੂੰ ਪੜ੍ਹਾ ਰਹੀ ਹਾਂ ਅਤੇ ਤੁਹਾਨੂੰ ਇੱਦਾਂ ਹੀ ਫੀਲ ਹੋ ਰਿਹਾ ਕਿ ਤੁਸੀਂ ਇੱਕ ਆਪਣੀ ਔਨਲਾਈਨ ਕਲਾਸ ਲਗਾ ਰਹੇ ਹੋ। ਤਾਂ ਇਸ ਤਰ੍ਹਾਂ ਦੇ ਸਾਡੇ ਕੋਲ ਬਹੁਤ ਹੀ ਜ਼ਿਆਦਾ ਇੰਟਰਨੈਟ ਦੇ ਫਾਇਦੇ ਨੇ ਅਤੇ ਜੋ ਸਾਡੀ ਡੇਲੀ ਲਾਈਫ ਦੇ ਵਿੱਚ ਕੰਮ ਆਉਂਦੇ ਨੇ। ਠੀਕ ਹੈ, ਨੈਕਸਟ ਅਸੀਂ ਪੜ੍ਹਦੇ ਹਾਂ ਵੀ ਇੰਟਰਨੈਟ ਦੇ ਹੋਰ ਕੀ ਕੀ ਫਾਇਦੇ ਨੇ। ਜਿਵੇਂ ਫਸਟ ਹੈਗਾ, ਅਸੀਂ ਇਸ ਦੇ ਵਿੱਚ ਕੀ ਕਰਦੇ ਹਾਂ? ਆਪਣਾ ਮੈਸੇਜ ਭੇਜਦੇ ਹਾਂ ਲੋਕਾਂ ਨੂੰ। ਠੀਕ ਹੈ, ਜਦੋਂ ਅਸੀਂ ਇੰਟਰਨੈਟ 'ਤੇ ਆਪਣਾ ਮੈਸੇਜ ਲੋਕਾਂ ਨੂੰ ਭੇਜਦੇ ਹਾਂ ਤਾਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਦੂਸਰੇ ਪਰਸਨ ਕੋਲ ਪਹੁੰਚ ਜਾਂਦਾ ਹੈ। ਤਾਂ ਇਟ ਮੀਨਸ ਇਹ ਲੈਟਰਸ ਦੇ ਨਾਲੋਂ ਜ਼ਿਆਦਾ ਬੈਨੀਫਿਸ਼ੀਅਲ ਹੈ, ਕਿਉਂਕਿ ਕਈ ਵਾਰ ਕੋਈ ਐਮਰਜੈਂਸੀ ਹੁੰਦੀ ਹੈ, ਕੋਈ ਬਹੁਤ ਇੰਪੋਰਟੈਂਟ ਮੈਸੇਜ ਹੁੰਦਾ ਹੈ ਜੋ ਕਿ ਅਸੀਂ ਆਪਣੇ ਰਿਲੇਟਿਵਸ ਨੂੰ ਭੇਜਣਾ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਕੋਈ ਵੀ ਚੱਲ ਰਹੇ ਇਵੈਂਟ ਜਾਂ ਤਾਜ਼ਾ ਜਾਣਕਾਰੀ ਬਾਰੇ ਅਸੀਂ ਇਸ ਦਾ ਫਾਇਦਾ ਚੱਕ ਸਕਦੇ ਹਾਂ। ਠੀਕ ਹੈ, ਜਿਵੇਂ ਕੋਈ ਬਰਨਿੰਗ ਇਸ਼ੂ ਹੈ ਜਾਂ ਕੋਈ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਤਾਂ ਅਸੀਂ ਇੰਟਰਨੈਟ ਦੀ ਹੈਲਪ 'ਤੇ ਉਸ ਨੂੰ ਦੇਖ ਸਕਦੇ ਹਾਂ। ਕਿਉਂਕਿ ਜਦੋਂ ਵੀ ਤੁਸੀਂ ਗੂਗਲ 'ਤੇ ਸਰਚ ਕਰੋਗੇ ਟੂਡੇਜ਼ ਬ੍ਰੇਕਿੰਗ ਨਿਊਜ਼, ਠੀਕ ਹੈ, ਤਾਂ ਉਹ ਅੱਜ ਦੀਆਂ ਜਿਹੜੀਆਂ ਵੀ ਬ੍ਰੇਕਿੰਗ ਨਿਊਜ਼ਸ ਹੋਣਗੀਆਂ ਉਹ ਤੁਹਾਨੂੰ ਸਾਰੀਆਂ ਡਿਸਪਲੇ ਕਰ ਦੇਗਾ। ਇਸ ਤੋਂ ਇਲਾਵਾ ਤੁਸੀਂ ਕੋਈ ਵੀ ਇਸ ਦੇ ਉੱਤੇ ਟੌਪਿਕ ਦੀ ਸਰਚ ਕਰ ਸਕਦੇ ਹੋ। ਠੀਕ ਹੈ, ਟੌਪਿਕ ਜਿਵੇਂ ਕਿ ਤੁਹਾਨੇ ਕੰਪਿਊਟਰ ਦੀ ਹਿਸਟਰੀ ਬਾਰੇ ਪਤਾ ਕਰਨਾ ਹੈ ਕਿ ਕੰਪਿਊਟਰ ਦੀ ਹਿਸਟਰੀ ਕੀ ਹੁੰਦੀ ਹੈ ਤਾਂ ਤੁਸੀਂ ਇੰਟਰਨੈਟ ਦੀ ਹੈਲਪ ਲੈ ਕੇ ਕਿਸੇ ਵੀ ਟੌਪਿਕ ਦੀ ਜਾਂ ਇੰਟਰਨੈਟ ਦੀ ਹਿਸਟਰੀ ਬਾਰੇ ਪਤਾ ਕਰ ਸਕਦੇ ਹੋ। ਤਾਂ ਇਟ ਇਜ਼ ਅ ਵੈਰੀ ਯੂਜ਼ਫੁਲ ਫॉर ਦ ਸਟੂਡੈਂਟਸ, ਲਾਈਕ ਜਦੋਂ ਉਹਨਾਂ ਨੇ ਕੋਈ ਅਸਾਈਨਮੈਂਟ ਬਣਾਉਣੀ ਹੁੰਦੀ ਹੈ ਫॉर ਹਿਸਟਰੀ ਜਾਂ ਕੋਈ ਜਿਓਗ੍ਰਾਫੀ ਦੀ, ਤਾਂ ਉਹ ਇੰਟਰਨੈਟ ਦੀ ਹੈਲਪ 'ਤੇ ਬਹੁਤ ਕੁਛ ਲੱਭ ਸਕਦੇ ਨੇ ਅਤੇ ਆਪਣੀ ਨੌਲੇਜ ਨੂੰ ਵੀ ਇਨਹਾਂਸ ਕਰ ਸਕਦੇ ਨੇ। ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਕੋਰਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੰਟਰਨੈਟ ਦੇ ਹੀ ਉੱਪਰ ਰਜਿਸਟ੍ਰੇਸ਼ਨ ਕਰ ਸਕਦੇ ਹੋ ਅਤੇ ਜਦੋਂ ਤੁਹਾਡਾ ਕੋਰਸ ਪੂਰਾ ਹੁੰਦਾ ਹੈ ਤਾਂ ਤੁਸੀਂ ਉਸ ਦਾ ਸਰਟੀਫਿਕੇਟ ਵੀ ਲੈ ਸਕਦੇ ਹੋ। ਤਾਂ ਅਸੀਂ ਔਨਲਾਈਨ ਬੈਠ ਕੇ ਹੀ ਘਰ ਕੋਈ ਵੀ ਇੰਟਰਨੈਟ 'ਤੇ ਕੋਰਸ ਕਰ ਸਕਦੇ ਹਾਂ, ਜੋ ਕਿ ਸਾਡੀ ਇੱਕ ਸਫਲਤਾ ਦੀ ਸੀੜੀ ਮੰਨਿਆ ਜਾ ਸਕਦਾ ਹੈ। ਠੀਕ ਹੈ, ਮੋਰਓਵਰ ਅਸੀਂ ਇਸ ਦੇ ਵਿੱਚ ਹੋਰ ਕੀ ਕਰ ਸਕਦੇ ਹਾਂ? ਮਨੋਰੰਜਨ ਕਰ ਸਕਦੇ ਹਾਂ। ਠੀਕ ਹੈ, ਮਨੋਰੰਜਨ ਕਿਵੇਂ? ਜਦੋਂ ਅਸੀਂ ਕੋਈ ਚੀਜ਼ ਤੋਂ ਬੋਰ ਹੋ ਗਏ ਤਾਂ ਅਸੀਂ ਐਂਟਰਟੇਨਮੈਂਟ ਭਾਲਦੇ ਹਾਂ, ਤਾਂ ਅਸੀਂ ਐਂਟਰਟੇਨਮੈਂਟ ਲਈ ਇੰਟਰਨੈਟ ਦੇ ਉੱਤੇ ਸੰਗੀਤ ਸੁਣ ਸਕਦੇ ਹਾਂ, ਗੇਮਾਂ ਖੇਡ ਸਕਦੇ ਹਾਂ। ਠੀਕ ਹੈ, ਕੋਈ ਮੂਵੀਜ਼ ਦੇਖ ਸਕਦੇ ਹਾਂ ਜਾਂ ਕੋਈ ਤਸਵੀਰਾਂ ਨੂੰ ਸ਼ੇਅਰ ਕਰ ਸਕਦੇ ਹਾਂ। ਇਟ ਮੀਨਸ ਇਟ ਇਜ਼ ਆਲਸੋ ਸੋਰਸ ਆਫ ਦ ਐਂਟਰਟੇਨਮੈਂਟ। ਠੀਕ ਹੈ, ਉਸ ਤੋਂ ਬਾਅਦ ਹੈਗਾ ਕਿ ਇੰਟਰਨੈਟ ਦੇ ਉੱਤੇ ਅਸੀਂ ਕੋਈ ਵੀ ਉਤਪਾਦ ਖਰੀਦ ਸਕਦੇ ਹਾਂ, ਜਿਵੇਂ ਔਨਲਾਈਨ ਸ਼ਾਪਿੰਗ ਹੋ ਗਈ। ਠੀਕ ਹੈ, ਜਾਂ ਕੋਈ ਵੀ ਉਤਪਾਦ ਖਰੀਦਿਆ ਹੈ ਤਾਂ ਉਸ ਦਾ ਭੁਗਤਾਨ ਵੀ ਕਰ ਸਕਦੇ ਹਾਂ। ਜਿਵੇਂ ਅਸੀਂ ਕੋਈ ਬਿਜਲੀ ਅਤੇ ਕਿਤਾਬਾਂ ਦੇ ਉਤਪਾਦ ਨੂੰ ਅਸੀਂ ਵੇਚ ਅਤੇ ਖਰੀਦ ਸਕਦੇ ਹਾਂ। ਅਗਰ ਅਸੀਂ ਉਸ ਦਾ ਭੁਗਤਾਨ ਕਰਨਾ ਹੈ ਫਿਰ ਅਸੀਂ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹਾਂ।
नैक्सट बट नॉट लीस्ट बहुत ही इंपॉर्टेंट है बैंकों दीयां ट्रांजैक्शनस। ठीक है, ਅਸੀਂ इंटरनेट के उत्ते बैंक की ट्रांजैक्शन कर सकते हैं क्योंकि हुण अगर इस टाइम की गल करिए तो बहुत सारे लोग जिवें कि गूगल पे, पेटीएम, ठीक है, भीम पे, बहुत सारिया इदां दी एप्लीकेशनस ने जिन्होंने यूज़ करते हैं तो ऑनलाइन पेमेंट करते हैं क्योंकि यह एक तो डिजिटल मनी हो गई तो सानू किते आन जाने की लोड़ नहीं, असीं 2 मिनट के विच किसी के भी अकाउंट च मनी ट्रांसफर कर सकते हैं। तो यह भी इंटरनेट का बहुत बड़ा फायदा है क्योंकि जो इंटरनेट नहीं होएगा तो असीं ट्रांजैक्शन नहीं कर पावांगे। ठीक है, उस तो अलावा इंटरनेट कनैक्शन जो सानू चाहिए है तो उसके लिए सानू की ज़रूरत ने, जो असी अपने घर इंटरनेट कनैक्शन लगवाना है तो सानू किहड़ी चीज़ की लोड़ पवेगी। तो फस्ट आ जाता है साडे कोल कंप्यूटिंग डिवाइस होनी चाहिए। कंप्यूटिंग डिवाइस जिमें कि साडा कंप्यूटर हो गया, साडे कोल फोन आ या लैपटॉप आ या टैबलेट आ, ठीक है, जो साडा पर्सनल कंप्यूटर ये कुछ भी हो सकता है। उस तो बाद साडे कोल एक इंटरनेट का कनैक्शन होना चाहिए है, उस तो बाद एक इंटरनेट सर्विस प्रोवाइडर होना चाहिए है। ठीक है, इंटरनेट कनैक्शन तो आप समझ गए, बट इंटरनेट सर्विस प्रोवाइडर की होंदा है जिसनों असी शॉर्ट दे विच ISP भी कहते हैं। ISP होंदा है जिस कंपनी का असी इंटरनेट ले रहे हैं उसनों इंटरनेट सर्विस प्रोवाइडर कहते हैं, जिमें जियो हो गया, एयरटेल हो गया, BSNL हो गया। ठीक है, इदां दे कुछ भी हो सकते हैं। उस तो बाद सानू होर की लोड़ है, एक डिवाइस की लोड़ है जिसनों असी मॉडम कहते हैं। उस तो बाद अगर असी कोई इंटरनेट कनैक्शन लगवा रहे हैं तो सानू मॉडम की भी लोड़ है। मॉडम की होंदा है जो कि एनालॉग सिग्नल्स नू डिजिटल च कन्वर्ट करता है तो डिजिटल नू एनालॉग दे विच। ते एक होर इस दे विच थोड़ी नॉलेज होर ऐड करूँगी मैं। जो मॉडम है ये इनपुट आउटपुट डिवाइसिस है। ठीक है, ये इनपुट भी है एंड आउटपुट भी है क्योंकि एक टाइम तो यह टैलीफोन तो डाटा ट्रांसफर करता है तो दूजे टाइम तो कंप्यूटर के विचों इसका डाटा ट्रांसफर होता है। नैक्सट अगर होर असी गल करिए तो साडे कोल दूजा आ जाता है वायरलैस। कई बार असी वायरलैस भी इंटरनेट यूज़ करते हैं। अगर साडा जो मॉडम है वो वाईफाई नू भी मतलब वाईफाई उसके ऑप्शन है तो असी अपना वाईफाई भी यूज़ कर सकते हैं। तो इत्थे जो याद रखने वाली गल है कि वाईफाई की फुल फॉर्म की है, वायरलैस फिडेलिटी। ठीक, नैक्सट जो टॉपिक है वो है बैंडविड्थ। ठीक है, बैंडविड्थ की होंदी है जो असी डाटा देखना गा भी साडा कितना डाटा ट्रांसमिट हो रहा है तो उसनों असी की कहने हैं, बैंडविड्थ कहने हैं भी एक टाइम दे विच कितना साडा डाटा ट्रांसमिट हो रहा है। जिमें असी पानी की गल करिए, इन्होंने इत्थे पानी की एग्जाम्पल ली है जी, पानी की मात्रा होंदी है वो उसकी चौड़ाई पर निर्भर करती है। अगर थोड़ी जी जगह तो पानी जा रहा है तो उसने उन्ना ही रूप ले लेना है, अगर वो काफ़ी बड़ी जगह तो निकल रहा है तो उसने उन्ना ही रूप ले लेना है। उवें ही साडी बैंडविड्थ होंदी है। ठीक है, जो बैंडविड्थ होंदी है इसनूं आपां MBPS दे नाल मापदे हां जां KBPS दे नाल मापदे हां। MBPS का पूरा नाम होंदा है मेगा बिट्स पर सैकेंड, भी एक सैकेंड के विच साडी कितनियां बिट्स जा रही ने। तो उस तो जो नीचे लोअर लेवल है वो है KBPS जिन्हों असी किलो बाइट्स पर सैकेंड्स कहते हैं। अगर स्पीड MBPS च आ रही है तो बहुत अच्छी है और नहीं तो लोअर के विच KBPS के विच आए। जदों अगर साडे नैटवर्क की स्पीड जो है वो 1 MBPS होवे तो यदा मतलब होंदा है 1 MB डाटा 1 सैकेंड के विच ट्रांसमिट हो रहा है। ठीक है, इस दे नाल तुसीं भी देखिया होगा तुहाडे फोन के उत्ते जो सिग्नल्स आते हैं, कदे KBPS आता, कदे MBPS आता, तो उस टाइम सिग्नल डाटा जोड़ा है थोड़ा ट्रांसमिशन वाला चेंज होंदा रहता है कि 1 मिनट के विच कितना डाटा जा रहा है, KBPS च जा रहा है कि MBPS के विच जा रहा है। नैक्सट है साडे कोल इंटरनेट ब्राउज़र। जो असी इंटरनेट चलाना है तो असी किस तरह के ब्राउज़र की वरतों कर सकते हैं, जिमें कि असी गूगल क्रोम चला सकते हैं, ये भी एक वैब ब्राउज़र है, ਜਾਂ मोजिला फायरफॉक्स हो गया, सफारी हो गया, ओपेरा हो गया।
ਤੇ ਇੰਟਰਨੈਟ ਐਕਸਪਲੋਰਰ ਹੋ ਗਿਆ। ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਵੈਬ ਬਰਾਊਜ਼ਰ ਯੂਜ਼ ਕਰ ਸਕਦੇ ਹੋ। ਉਹਨੂੰ ਪਹਿਲਾਂ ਵੈਬਸਾਈਟ 'ਤੇ ਜਾ ਕੇ ਉਸਨੂੰ ਡਾਊਨਲੋਡ ਕਰ ਲਓ, ਉਸ ਤੋਂ ਬਾਅਦ ਤੁਸੀਂ ਇਸ ਵੈਬ ਬਰਾਊਜ਼ਰ ਨੂੰ ਯੂਜ਼ ਕਰ ਸਕਦੇ ਹੋ। ਨੈਕਸਟ ਜੋ ਅਸੀਂ ਗੱਲ ਕਰਦੇ ਹਾਂ ਉਹ ਹੈ ਸਰਚ ਇੰਜਨ ਦੀ। ਸਰਚ ਇੰਜਨ ਕੀ ਹੁੰਦਾ ਹੈ? ਜਦੋਂ ਵੀ ਤੁਸੀਂ ਕੋਈ ਸੂਚਨਾ ਨੂੰ ਲੱਭਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਰਚ ਇੰਜਨ ਦੇ ਵਿੱਚ ਲੱਭਦੇ ਹੋ, ਜਿਵੇਂ ਕਿ ਗੂਗਲ ਇੱਕ ਸਰਚ ਇੰਜਨ ਹੈ। ਤਾਂ ਜਦੋਂ ਵੀ ਤੁਸੀਂ ਕੋਈ ਟੌਪਿਕ ਸਰਚ ਕਰਨਾ ਹੈ ਤਾਂ ਸਰਚ ਬਾਕਸ ਦੇ ਵਿੱਚ ਜੋ ਵੀ ਟੌਪਿਕ ਲਿਖਣਾ ਹੈ ਉਸਦਾ ਨਾਮ ਲਿਖੋ। ਜਿਵੇਂ ਹਿਸਟਰੀ ਆਫ ਕੰਪਿਊਟਰ ਤੁਸੀਂ ਲੱਭਣਾ ਚਾਹੁੰਦੇ ਹੋ ਤਾਂ ਹਿਸਟਰੀ ਆਫ ਕੰਪਿਊਟਰ ਲਿਖੋ। ਉਸ ਤੋਂ ਬਾਅਦ ਸਰਚ ਬਟਨ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਨੰਬਰ ਆਫ ਲਿੰਕਸ ਓਪਨ ਹੋ ਜਾਣਗੇ, ਜਿਸ ਦੇ ਵਿੱਚ ਤੁਸੀਂ ਹਿਸਟਰੀ ਆਫ ਕੰਪਿਊਟਰ ਨੂੰ ਲੱਭ ਸਕਦੇ ਹੋ। ਨੈਕਸਟ ਉਰੇ ਕੁਛ ਟਿਪਸ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਇੱਕ ਟੈਕਸਟ ਨੂੰ ਕਿਵੇਂ ਲੱਭ ਸਕਦੇ ਹੋ। ਜਿਵੇਂ ਫਸਟ ਹੈ, ਜੇ ਤੁਸੀਂ ਇੰਡੀਆ ਅਤੇ ਅਮਰੀਕਾ ਸਰਚ ਬਾਕਸ ਵਿੱਚ ਲਿਖਦੇ ਹੋ ਤਾਂ ਇਹ ਹੋਰ ਨਤੀਜਾ ਦੇਵੇਗਾ, ਜਦ ਕਿ ਸਿਰਫ ਇੰਡੀਆ ਜਾਂ ਸਿਰਫ ਅਮਰੀਕਾ ਲਿਖਦੇ ਹੋ ਤਾਂ ਕੁਝ ਹੋਰ ਨਤੀਜਾ ਦੇਵੇਗਾ। ਅਗਰ ਤੁਸੀਂ ਸਰਚ ਬਾਕਸ ਦੇ ਵਿੱਚ ਇੰਡੀਆ ਅਤੇ ਅਮਰੀਕਾ ਨੂੰ ਇਕੱਠਾ ਲਿਖਦੇ ਹੋ ਤਾਂ ਉਸ ਦਾ ਕੁਝ ਹੋਰ ਰਿਜ਼ਲਟ ਆਵੇਗਾ। ਅਗਰ ਇਕੱਲਾ ਇੰਡੀਆ ਲਿਖੋਗੇ ਜਾਂ ਇਕੱਲਾ ਅਮਰੀਕਾ ਲਿਖੋਗੇ ਤਾਂ ਉਸ ਦਾ ਕੁਝ ਹੋਰ ਮਤਲਬ ਹੋਵੇਗਾ। ਨੈਕਸਟ ਹੈ, ਹਰ ਸ਼ਬਦ ਜੋ ਤੁਸੀਂ ਸਰਚ ਬਾਕਸ ਵਿੱਚ ਲਿਖਦੇ ਹੋ ਕੋਈ ਮਤਲਬ ਹੁੰਦਾ ਹੈ। ਜਦੋਂ ਵੀ ਤੁਸੀਂ ਕੋਈ ਵੀ ਵਰਡ ਸਰਚ ਬਾਕਸ 'ਚ ਟਾਈਪ ਕਰੋਗੇ ਉਸ ਦਾ ਕੁਛ ਨਾ ਕੁਛ ਮੀਨਿੰਗ ਜ਼ਰੂਰ ਹੋਏਗਾ ਅਤੇ ਉਸ ਦਾ ਰਿਜ਼ਲਟ ਵੀ ਡਿਸਪਲੇ ਹੋਵੇਗਾ। ਨੈਕਸਟ ਇੰਪੋਰਟੈਂਟ ਗੱਲ ਹੈ, ਸਰਚ ਬਾਕਸ ਕੇਸ ਸੈਂਸਿਟਿਵ ਨਹੀਂ ਹੈ। ਕੇਸ ਸੈਂਸਿਟਿਵ ਕੀ ਇਸ ਦਾ ਮਤਲਬ ਹੈ ਕਿ ਤੁਸੀਂ ਚਾਹੇ ਵੱਡੇ ਅੱਖਰਾਂ 'ਚ ਲਿਖ ਲਓ ਚਾਹੇ ਛੋਟਿਆਂ 'ਚ ਲਿਖ ਲਓ ਤਾਂ ਸਰਚ ਬਾਕਸ ਦੇ ਉੱਪਰ ਕੋਈ ਵੀ ਪ੍ਰਭਾਵ ਨਹੀਂ ਪਵੇਗਾ। ਉਸਨੇ ਉਹੀ ਰਿਜ਼ਲਟ ਦੇਣਾ ਹੈ ਜੋ ਉਸਦਾ ਹੋਵੇਗਾ। ਅਗਰ ਤੁਸੀਂ ਲਿਖਦੇ ਹੋ ਦਿੱਲੀ ਇਜ਼ कैपिटल ऑफ इंडिया या दिल्ली इज़ कैपिटल ऑफ इंडिया, चाहे स्मॉल च लिख रहे हो चाहे कैपिटल च लिख रहे हो तो उसका रिजल्ट सेम ही आएगा। नैक्सट है विश्राम चिन्ह, ठीक है। जिमें कि ये जिहड़े सिंबल्स ने इन्हों असी विश्राम चिन्ह कहने या सिंबल स्पैशल सिंबल्स कहने नूं ध्यान विच नहीं लिया जाता। जे आपां अगर इन्हों सर्च बॉक्स ते लिखते हैं तो उस मोस्टली गूगल इसनूं इग्नोर करता है। अगर तुसी चाहते हो कि सर्च इंजन उही सूचना देवे जिहड़ी तुसी जानना चाहते हो तो ये सारे नियमों नूं ध्यान दे विच रखना पवेगा। सो स्टूडेंट्स, आई होप तुहानूं अज दा ये लैसन पसंद आया होवेगा, क्योंकि ये बिल्कुल बेसिक नॉलेज सी इंटरनेट की। जो बच्चे न्यू ने इंटरनेट के रिगार्डिंग उन्हां लई ये बहुत ही ज़्यादा हैल्पफुल होवेगी। तो आई होप तुसी इसनूं फॉलो करोगे तो इंटरनेट के नंबर ऑफ रिजल्ट्स चैक करोगे। ठीक है, तो टेक केयर स्टूडेंट्स, बाय बाय।